बहुत ही प्यारे बच्चों, ਅੱਜ ਆਪਾਂ ਮੱਧਕਾਲੀਨ ਪੰਜਾਬੀ ਕਾਵਿ ਝਲਕਾਂ ਅਤੇ ਇਤਿਹਾਸ ਪੁਸਤਕ ਵਿੱਚ ਦਰਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੀਆਂ ਪਾਵਨ ਪਵਿੱਤਰ ਰਚਨਾਵਾਂ ਦੀ ਵਿਆਖਿਆ ਅਤੇ ਕੇਂਦਰੀ ਭਾਵ ਪ੍ਰਸ਼ਨ ਉੱਤਰ ਕਰਾਂਗੇ ਬੱਚੋ। ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਆਪ ਜੀ ਦੀ ਜ਼ਿੰਦਗੀ ਦੇ ਬਾਰੇ ਕੁਝ ਗੱਲਾਂ ਜ਼ਰੂਰ ਦੱਸਾਂਗੀ ਬੱਚੋ। ਸ਼੍ਰੀ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ 5ਵੇਂ ਗੁਰੂ ਹੋਏ ਹਨ। ਆਪ ਸ਼੍ਰੀ ਗੁਰੂ ਰਾਮਦਾਸ ਜੀ ਅਤੇ ਮਾਤਾ ਭਾਨੀ ਜੀ ਦੇ ਸੁਪੁੱਤਰ ਸਨ। ਆਪ ਜੀ ਨੇ 1604 ਈਸਵੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ, ਜਿਹੜੀ ਆਪ ਵੱਲੋਂ ਭਾਰਤੀ ਸਾਹਿਤ ਅਤੇ ਸੱਭਿਆਚਾਰ ਦੀ ਅਦੁੱਤੀ ਦੇਣ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਸਾਈਆਂ ਉੱਚ ਕਦਰਾਂ ਕੀਮਤਾਂ ਦੇ ਪ੍ਰਚਾਰ ਲਈ ਆਪ ਬਹੁਤ ਦ੍ਰਿੜ ਸਨ। ਇਸੇ ਕਾਰਨ ਹੀ ਆਪ ਨੂੰ 1606 ਈਸਵੀ ਵਿੱਚ ਸ਼ਹੀਦੀ ਦੇਣੀ ਪਈ। ਬਚਪਨ ਤੋਂ ਹੀ ਆਪ ਬਹੁਤ ਸੁਹਿਰਦ ਅਤੇ ਸੰਵੇਦਨਸ਼ੀਲ ਸਨ। ਆਪ ਦੀ ਨਿਮਰਤਾ, ਸਾਦਾ ਅਤੇ ਮਨੋਹਰ ਸ਼ਖਸੀਅਤ ਦੀ ਝਲਕ ਆਪ ਜੀ ਦੀ ਬਾਣੀ ਵਿੱਚੋਂ ਵੀ ਸਪਸ਼ਟ ਦਿਖਾਈ ਦਿੰਦੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਆਕਾਰ ਦੇ ਪੱਖੋਂ ਆਪ ਜੀ ਦੀ ਰਚਨਾ ਗੁਰੂ ਸਾਹਿਬਾਨਾਂ ਨਾਲੋਂ ਬਹੁਤ ਵੱਧ ਹੈ। ਆਪ ਦੀ ਪ੍ਰਤੀਨਿਧ ਰਚਨਾ ਸੁਖਮਣੀ ਸਾਹਿਬ ਹੈ। ਇਸ ਤੋਂ ਇਲਾਵਾ ਆਪ ਨੇ ਦੱਖਣੀ, 52 ਅੱਖਰੀ, 12ਮਾਹ, ਮਾਝ, ਸ਼ਬਦ ਹਜ਼ਾਰੇ, ਸ਼ਲੋਕ ਸੰਸਕ੍ਰਿਤੀ, ਫੁਨੇ, ਪੈਰੇ, ਸ਼ਬਦ ਤੇ ਅਸ਼ਟਪਦੀਆਂ ਆਦਿ ਦੀ ਰਚਨਾ ਕੀਤੀ। ਅਨੇਕਾਂ ਕਾਵਿ ਰੂਪਾਂ ਅਤੇ ਛੰਦਾਂ ਵਿੱਚ ਆਪ ਦੀ ਜਿਹੜੀ ਰਚਨਾ ਹੈ ਸਰਲ ਹੋਣ ਕਰਕੇ ਸ਼ਰਧਾਲੂਆਂ ਵਿੱਚ ਬੜੀ ਹਰਮਨ ਪਿਆਰੀ ਹੈ। ਆਪ ਦੀ ਰਚਨਾ ਸੁਖਮਣੀ ਸਾਹਿਬ ਕਈ ਸ਼ਰਧਾਲੂਆਂ ਦੇ ਨਿਤਨੇਮ ਦਾ ਅੰਗ ਬਣ ਗਈ ਹੈ। ਹਥਲੇ ਕਾਵਿ ਜਿਹੜਾ ਸੰਗ੍ਰਹਿ ਹੈ ਉਸ ਵਿੱਚ ਸ਼ਾਮਿਲ ਕੀਤੇ ਗਏ ਸ਼ਬਦਾਂ ਵਿੱਚੋਂ ਪਹਿਲੇ ਸ਼ਬਦ ਵਿੱਚ ਦੱਸਿਆ ਗਿਆ ਹੈ ਕਿ ਪਰਮਾਤਮਾ ਦੇ ਆਸਰੇ ਤੋਂ ਬਿਨਾਂ ਮਨੁੱਖ ਦਾ ਕੋਈ ਵੀ ਸਹਾਈ ਨਹੀਂ ਹੋ ਸਕਦਾ। ਇੱਕ ਸੱਚੇ ਪ੍ਰਭੂ ਪਰਮਾਤਮਾ ਤੋਂ ਸੱਚਾ ਤੇ ਨੇੜਲਾ ਉਸ ਦਾ ਕੋਈ ਸਾਕ ਸੰਬੰਧੀ ਨਹੀਂ ਹੈ। ਦੂਜੇ ਸ਼ਬਦ ਵਿੱਚ ਪਰਮਾਤਮਾ ਦੇ ਨਾਮ ਦਾ ਸਿਮਰਨ ਨਾ ਕਰਨ ਕਰਕੇ ਮਨੁੱਖ ਮਾਤਰ ਲਈ ਦੁੱਖਾਂ ਦਾ ਵਰਣਨ ਕੀਤਾ ਗਿਆ ਹੈ। ਪਰਮਾਤਮਾ ਦਾ ਨਾਮ ਹੀ ਹਰ ਦੁੱਖ ਸੁੱਖ ਵਿੱਚ ਸਹਾਈ ਹੁੰਦਾ ਹੈ। ਤੀਜਾ ਸ਼ਬਦ 12ਮਾਹ ਰਾਗ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਮਨੁੱਖ ਆਪਣੇ ਕਰਮਾਂ ਦੀ ਕਮਾਈ ਕਰਕੇ ਪਰਮਾਤਮਾ ਦੇ ਨਾਂ ਤੋਂ ਵਿਛੜਿਆ ਹੋਇਆ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾਂ ਮਨੁੱਖਾ ਜਨਮ ਹੈ ਉਹ ਸਫਲ ਨਹੀਂ ਹੋ ਸਕਦਾ। ਚੌਥਾ ਸ਼ਬਦ ਸੁਖਮਣੀ ਸਾਹਿਬ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਮਨੁੱਖ ਦੀ ਲਾਲਸਾ ਬਾਰੇ ਦੱਸਿਆ ਗਿਆ ਹੈ ਕਿ ਮਨੁੱਖ ਅਨੇਕਾਂ ਚੀਜ਼ਾਂ ਪ੍ਰਾਪਤ ਕਰਕੇ ਵੀ ਪਰਮਾਤਮਾ ਦਾ ਸ਼ੁਕਰਗੁਜ਼ਾਰ ਨਹੀਂ ਹੁੰਦਾ, ਸਗੋਂ ਜਿਹੜੀ ਇੱਕ ਚੀਜ਼ ਉਹਨੂੰ ਨਹੀਂ ਪ੍ਰਾਪਤ ਹੁੰਦੀ ਉਸ ਦਾ ਉਹ ਗਿਲਾ ਕਰਦਾ ਹੈ। ਪੰਜਵੇਂ ਸ਼ਬਦ ਵਿੱਚ ਦਰਸਾਇਆ ਗਿਆ ਹੈ ਕਿ ਪਰਮਾਤਮਾ ਇੱਕ ਹੈ। ਹਰ ਧਰਮ ਦੇ ਲੋਕ ਉਸ ਨੂੰ ਵੱਖ-ਵੱਖ ਨਾਮ ਨਾਲ ਧਿਆਉਂਦੇ ਹਨ। ਸੋ ਬੱਚਿਓ, ਆਪ ਜੀ ਦੀ ਪਹਿਲੀ ਰਚਨਾ ਹੈ ਜਾ ਕੋ ਮੁਸ਼ਕਲ ਅਤ ਬਣੈ। ਪ੍ਰਸੰਗ ਕਿੱਦਾਂ ਲਿਖਾਂਗੇ ਬੱਚਿਓ ਆਪ ਜੀ ਦੀਆਂ ਬਾਣੀਆਂ ਦਾ। ਇਹ ਕਾਵਿ ਟੋਟਾ ਮੱਧਕਾਲੀਨ ਪੰਜਾਬੀ ਕਾਵਿ ਝਲਕਾਂ ਅਤੇ ਇਤਿਹਾਸ ਪੁਸਤਕ ਵਿੱਚ ਦਰਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਜਾ ਕੋ ਮੁਸ਼ਕਲ ਅਤ ਬਣੈ ਵਿੱਚੋਂ ਲਿਆ ਗਿਆ ਹੈ। ਇਸ ਬਾਣੀ ਵਿੱਚ ਗੁਰੂ ਸਾਹਿਬ ਦੱਸਦੇ ਹਨ ਕਿ ਭਾਂਤ-ਭਾਂਤ ਦੀਆਂ ਭਿਆਨਕ ਮੁਸ਼ਕਿਲਾਂ ਦੇ ਵਿਕਾਰਾਂ ਵਿੱਚ ਘਿਰੇ ਬੰਦੇ ਦਾ ਆਸਰਾ ਪਰਮਾਤਮਾ ਹੁੰਦਾ ਹੈ। ਬੱਚਿਓ, ਜਿਹੜਾ ਆਪਾਂ ਸਿਰਲੇਖ ਹਰ ਇੱਕ ਰਚਨਾ ਦਾ ਬਦਲਾਂਗੇ ਅਤੇ ਵਿਆਖਿਆ ਦੇ ਵਿੱਚੋਂ ਅਖੀਰਲੀ ਸਤਰ ਲਵਾਂਗੇ ਅਤੇ ਬਾਕੀ ਕਿਤਾਬ ਦਾ ਨਾਮ ਆਪਾਂ ਅਤੇ ਉੱਦਾਂ ਹੀ ਰੱਖਾਂਗੇ, ਗੁਰੂ ਜੀ ਦਾ ਨਾਮ ਵੀ, ਠੀਕ ਹੈ ਨਾ। ਸੋ ਚਲੋ ਫਿਰ ਆਪਾਂ ਵਿਆਖਿਆ ਕਰੀਏ। ਅਤੇ ਕੇਂਦਰੀ ਭਾਵ, ਜਿਸ ਮਨੁੱਖ ਨੂੰ ਭਾਰੀ ਬਿਪਤਾ ਆ ਪਈ ਅਤੇ ਜਿਸ ਤੋਂ ਬਚਣ ਲਈ ਕੋਈ ਮਨੁੱਖ ਉਸ ਨੂੰ ਸਹਾਰਾ ਨਾ ਦੇਵੇ, ਵੈਰੀ ਉਸ ਦੇ ਮਾਰੂ ਬਣ ਜਾਣ, ਉਸ ਦੇ ਸਾਕ ਸੰਬੰਧੀ ਉਸ ਤੋਂ ਪਰੇ ਦੌੜ ਜਾਣ, ਉਸ ਦਾ ਹਰੇਕ ਕਿਸਮ ਦਾ ਆਸਰਾ ਖਤਮ ਹੋ ਜਾਏ, ਹਰੇਕ ਤਰ੍ਹਾਂ ਦਾ ਸਹਾਰਾ ਮੁੱਕ ਜਾਏ, ਜੇ ਉਸ ਬਿਪਤਾ ਮਾਰੇ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਯਾਦ ਆ ਜਾਏ ਤਾਂ ਉਸ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ। ਮਾਲਕ ਪ੍ਰਭੂ ਕਮਜ਼ੋਰਾਂ ਦਾ ਸਹਾਰਾ ਹੈ। ਉਹ ਨਾ ਜੰਮਦਾ ਹੈ ਨਾ ਮਰਦਾ ਹੈ, ਸਦਾ ਹੀ ਕਾਇਮ ਰਹਿਣ ਵਾਲਾ ਹੈ। ਹੇ ਭਾਈ, ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਸ ਸਦਾ ਥਿਰ ਰਹਿਣ ਵਾਲੇ ਪ੍ਰਭੂ ਨਾਲ ਡੂੰਘੀ ਸਾਂਝ ਬਣਾ। ਜੇ ਕੋਈ ਮਨੁੱਖ ਅਜਿਹਾ ਕਮਜ਼ੋਰ ਹੋ ਜਾਏ ਕਿ ਭੁੱਖ ਨੰਗ ਦਾ ਦੁੱਖ ਉਸ ਨੂੰ ਹਰ ਵੇਲੇ ਖਾਂਦਾ ਰਹੇ, ਜੇ ਉਸ ਦੇ ਪੱਲੇ ਪੈਸਾ ਨਾ ਹੋਵੇ, ਕੋਈ ਵੀ ਜਿਹੜਾ ਮਨੁੱਖ ਉਸ ਨੂੰ ਹੌਸਲਾ ਨਾ ਦੇਵੇ, ਕੋਈ ਮਨੁੱਖ ਉਸ ਦੀ ਕੋਈ ਲੋੜ ਗਰਜ਼ ਪੂਰੀ ਨਾ ਕਰੇ, ਉਸ ਪਾਸੋਂ ਆਪਣਾ ਕੋਈ ਕੰਮ ਸਿਰੇ ਨਾ ਚੜ੍ਹ ਸਕੇ, ਅਜਿਹੀ ਦੁਰਦਸ਼ਾ ਵਿੱਚ ਹੁੰਦਿਆਂ ਵੀ ਜੇ ਪਰਮਾਤਮਾ ਉਸ ਦੇ ਚਿੱਤ ਵਿੱਚ ਆ ਕੇ ਵਸ ਜਾਏ ਤਾਂ ਉਸ ਦਾ ਅਟੱਲ ਰਾਜ ਬਣ ਜਾਂਦਾ ਹੈ। ਭਾਵ ਉਸ ਦੀ ਆਤਮਿਕ ਅਵਸਥਾ ਅਜਿਹੇ ਬਾਦਸ਼ਾਹ ਵਾਲੀ ਹੋ ਜਾਂਦੀ ਹੈ ਜਿਨ੍ਹਾਂ ਦਾ ਰਾਜ ਕਦੇ ਨਹੀਂ ਡੋਲਦਾ। ਜਿਸ ਮਨੁੱਖ ਨੂੰ ਹਰ ਵੇਲੇ
ਬੜੀ ਚਿੰਤਾ ਬਣੀ ਰਹੇ, ਜਿਸ ਦੇ ਸਰੀਰ ਨੂੰ ਕੋਈ ਨਾ ਕੋਈ ਰੋਗ ਗ੍ਰਸੀ ਰੱਖੇ, ਜਿਹੜਾ ਗ੍ਰਸਤ ਦੇ ਜੰਜਾਲ ਵਿੱਚ, ਪਰਿਵਾਰ ਦੇ ਜੰਜਾਲ ਵਿੱਚ ਸਦਾ ਫਸਿਆ ਰਹੇ, ਜਿਸ ਨੂੰ ਕਦੇ ਕੋਈ ਖੁਸ਼ੀ ਅਤੇ ਕਦੇ ਕੋਈ ਗਮ ਘੇਰੀ ਰੱਖਦਾ ਹੈ, ਜਿਹੜਾ ਮਨੁੱਖ ਸਾਰੀ ਧਰਤੀ ਉੱਤੇ ਇਸ ਤਰ੍ਹਾਂ ਭਟਕਦਾ ਫਿਰਦਾ ਹੈ ਕਿ ਉਸ ਨੂੰ ਘੜੀ ਪਰ ਬਹਿਣਾ ਵੀ ਨਸੀਬ ਨਹੀਂ ਹੁੰਦਾ। ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿੱਚ ਆ ਵਸੇ ਤਾਂ ਉਸ ਦਾ ਤਨ ਸ਼ਾਂਤ ਹੋ ਜਾਂਦਾ ਹੈ, ਉਸ ਦੇ ਮਨ ਨੂੰ ਸੰਤੋਖ ਮਿਲਦਾ ਹੈ ਅਤੇ ਉਹ ਠੰਡਾ ਠਾਰ ਹੋ ਜਾਂਦਾ ਹੈ। ਜੇ ਕਿਸੇ ਮਨੁੱਖ ਨੂੰ ਕਾਮ, ਕ੍ਰੋਧ, ਮੋਹ ਨੇ ਆਪਣੇ ਵੱਸ ਵਿੱਚ ਕੀਤਾ ਹੋਇਆ ਹੈ, ਜੇ ਉਸ ਸੂਮ ਦਾ ਪਿਆਰ ਸਦਾ ਲੋਭ ਵਿੱਚ ਹੀ ਹੋਵੇ, ਜੇ ਉਸ ਨੇ ਉਹਨਾਂ ਵਿਕਾਰਾਂ ਦੇ ਵੱਸ 'ਚ ਹੋ ਕੇ ਚਾਰੇ ਹੀ ਉੱਘੇ ਪਾਪ ਅਪਰਾਧ ਕੀਤੇ ਹੋਣ, ਜੇ ਉਹ ਅਜਿਹਾ ਭੈੜਾ ਹੋ ਗਿਆ ਹੋਵੇ ਕਿ ਉਸ ਨੂੰ ਮਾਰ ਦੇਣਾ ਹੀ ਚੰਗਾ ਹੋਵੇ, ਜੇ ਉਸਨੇ ਕਦੀ ਵੀ ਕੋਈ ਧਾਰਮਿਕ ਪੁਸਤਕ, ਕੋਈ ਧਾਰਮਿਕ ਗੀਤ, ਕੋਈ ਧਾਰਮਿਕ ਕਵਿਤਾ ਸੁਣੀ ਨਾ ਹੋਵੇ, ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿੱਚ ਆ ਵਸੇ ਤਾਂ ਉਹ ਅੱਖ ਦੇ ਫੋਰ ਜਿਤਨੇ ਸਮੇਂ ਲਈ ਹੀ ਪ੍ਰਭੂ ਦਾ ਸਿਮਰਨ ਕਰਕੇ ਇਹਨਾਂ ਸਾਰੇ ਵਿਕਾਰਾਂ ਦੇ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਉਸ ਤੋਂ ਬਾਅਦ ਆ ਗਿਆ ਬੱਚੋ, ਦੁੱਖ ਤਦੇ ਜਾਂ ਵਿਸਰ ਜਾਵੇ। ਅਤੇ ਬੱਚੋ ਇਹਦੇ ਵਿੱਚ ਇਹ ਹੈ ਕਿ ਮਨੁੱਖ ਜਦੋਂ ਪਰਮਾਤਮਾ ਨੂੰ ਪ੍ਰਾਪਤ ਕਰਦਾ ਹੈ ਨਾ, ਤਾਂ ਉਹਦੇ ਸਾਰੇ ਜਿਹੜੇ ਦੁੱਖ ਨੇ ਉਹ ਭੁੱਲ ਜਾਂਦਾ ਹੈ। ਠੀਕ ਹੈ ਨਾ, ਦੁੱਖ ਉਸ ਨੂੰ ਤਾਂ ਹੀ ਆਉਂਦੇ ਨੇ ਜਦੋਂ ਪਰਮਾਤਮਾ ਨੂੰ ਭੁੱਲਦਾ ਹੈ। ਠੀਕ ਹੈ ਨਾ, ਅਤੇ ਇਹ ਵਿਆਖਿਆ ਦੀ ਜਿਹੜੀ ਪ੍ਰਸੰਗ ਦੀ ਅਖੀਰਲੀ ਸਤਰ ਦੇ ਵਿੱਚ ਲਿਖਾਂਗੇ ਵਿਆਖਿਆ। ਠੀਕ ਹੈ, ਅਤੇ ਹੁਣ ਆਪਾਂ ਵਿਆਖਿਆ ਕਰਦੇ ਹਾਂ ਅਤੇ ਕੇਂਦਰੀ ਭਾਵ। ਠੀਕ ਹੈ, ਜੀਵ ਨੂੰ ਦੁੱਖ ਤਦੋਂ ਹੀ ਵਾਪਰਦਾ ਹੈ ਜਦੋਂ ਉਹ ਮਤਲਬ ਪਰਮਾਤਮਾ ਦੇ ਨਾਮ ਨੂੰ ਭੁੱਲ ਜਾਂਦਾ ਹੈ। ਨਾਮ ਤੋਂ ਖੁੰਝੇ ਹੋਏ ਜੀਵ ਉੱਤੇ ਮਾਇਆ ਦੀ ਤ੍ਰਿਸ਼ਨਾ ਜ਼ੋਰ ਪਾ ਲੈਂਦੀ ਹੈ ਅਤੇ ਜੀਵ ਕਈ ਢੰਗਾਂ ਨਾਲ ਮਾਇਆ ਦੀ ਖਾਤਰ ਭਟਕਦਾ ਫਿਰਦਾ ਹੈ। ਦੀਨਾਂ ਉੱਤੇ ਦਇਆ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਨੂੰ ਨਾਮ ਦੀ ਦਾਤ ਦਿੰਦਾ ਹੈ, ਉਹ ਨਾਮ ਸਿਮਰ ਸਿਮਰ ਕੇ ਸਦਾ ਸੌਖਾ ਰਹਿੰਦਾ ਹੈ। ਪਰ ਇਹ ਨਾਮ ਦੀ ਦਾਤ ਗੁਰੂ ਦੇ ਰਾਹੀਂ ਮਿਲਦੀ ਹੈ। ਮੇਰਾ ਸਤਿਗੁਰੂ ਬੜਾ ਹੀ ਤਾਕਤ ਵਾਲਾ ਹੈ। ਉਸ ਦੀ ਮਿਹਰ ਨਾਲ ਜਦੋਂ ਮੈਂ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਉਂਦਾ ਹਾਂ ਤਾਂ ਮੇਰਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ। ਮੇਰੇ ਅੰਦਰੋਂ ਚਿੰਤਾ ਦਾ ਰੋਗ ਦੂਰ ਹੋ ਜਾਂਦਾ ਹੈ। ਮੇਰਾ ਹਉਮੈ ਦਾ ਜਿਹੜਾ ਦੁੱਖ ਦੂਰ ਹੋ ਜਾਂਦਾ ਹੈ। ਚਿੰਤਾ, ਹਉਮੈ ਆਦਿ ਤੋਂ ਪਰਮਾਤਮਾ ਆਪ ਮੇਰੀ ਰਾਖੀ ਕਰਦਾ ਹੈ। ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦੇ ਦਰ ਤੋਂ ਮੈਂ ਅਣਜਾਣੇ ਬਾਲ ਵਾਂਗ ਮਤਲਬ ਹਰੇਕ ਚੀਜ਼ ਮੰਗਦਾ ਹਾਂ। ਉਹ ਸਦਾ ਮੈਨੂੰ ਮੇਰੀਆਂ ਮੂੰਹ ਮੰਗੀਆਂ ਚੀਜ਼ਾਂ ਦਿੰਦਾ ਹੈ ਅਤੇ ਪ੍ਰਭੂ ਦੀਆਂ ਦਿੱਤੀਆਂ ਚੀਜ਼ਾਂ ਵੱਲੋਂ ਮੈਨੂੰ ਕਦੇ ਤੋਟ ਨਹੀਂ ਆਉਂਦੀ। ਪਰ ਪਰਮਾਤਮਾ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ ਅਤੇ ਸ੍ਰਿਸ਼ਟੀ ਦੇ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ। ਮੈਂ ਸਦਾ ਉਸ ਦੇ ਚਰਨਾਂ 'ਤੇ ਢਹਿ ਕੇ ਉਸ ਨੂੰ ਮਨਾਉਂਦਾ ਰਹਿੰਦਾ ਹਾਂ। ਮੈਂ ਪੂਰੇ ਸਤਿਗੁਰੂ ਤੋਂ ਕੁਰਬਾਨ ਜਾਂਦਾ ਹਾਂ। ਉਸ ਨੇ ਮੇਰੇ ਸਾਰੇ ਜਿਹੜੇ ਮਾਇਆ ਦੇ ਬੰਧਨ ਤੋੜ ਦਿੱਤੇ ਹਨ। ਗੁਰੂ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਾ ਕੇ ਪਵਿੱਤਰ ਜੀਵਨ ਵਾਲਾ ਬਣਾ ਦਿੱਤਾ ਹੈ, ਉਹ ਪ੍ਰਭੂ ਦੇ ਪ੍ਰੇਮ ਵਿੱਚ ਲੀਨ ਹੋ ਕੇ ਆਤਮਿਕ ਆਨੰਦ ਦਾ ਘਰ ਬਣ ਜਾਂਦੇ ਹਨ। ਅੱਗੇ ਆ ਕੇ ਬੱਚੋ, ਕਿਰਤ ਕਰਮ ਕੇ ਵਿਛੜੇ। ਠੀਕ ਹੈ, ਸੋ ਪ੍ਰਸੰਗ ਦੇ ਵਿੱਚ ਬੱਚੋ ਆਪਾਂ ਕੀ ਲਿਖਾਂਗੇ ਕਿ ਆਪਾਂ ਕਹਾਂਗੇ ਵੀ ਗੁਰੂ ਜੀ ਆਪਾਂ ਨੂੰ ਸਮਝਾਉਂਦੇ ਹਨ ਕਿ ਮਨੁੱਖ ਜੋ ਹੈ ਉਹ ਸਦਾ ਕੀ ਕਰਦਾ, ਇਸਤਰੀ ਪ੍ਰਭੂ ਦੀ ਜਿਹੜੇ ਵਿਛੋੜੇ ਦੀ ਤੜਫ ਅਤੇ ਉਸ ਦੇ ਮਿਲਾਪ ਦੀ ਯਾਚਨਾ ਤੱਕਦਾ ਰਹਿੰਦਾ ਹੈ। ਠੀਕ ਹੈ ਨਾ, ਇਹ ਅੰਕਿਤ ਕੀਤਾ ਹੈ ਗੁਰੂ ਜੀ ਆਪਣੇ ਆਪ ਨੂੰ ਮਤਲਬ ਇਸਤਰੀ ਦੇ ਰੂਪ ਦੇ ਵਿੱਚ ਲੈ ਕੇ ਆਉਂਦੇ ਨੇ ਅਤੇ ਪ੍ਰਭੂ ਪਤੀ ਦੇ ਵਿਛੋੜੇ ਅਤੇ ਮਿਲਾਪ ਦੀ ਤਾਂਘ ਕਰਦੇ ਹਨ। ਠੀਕ ਹੈ ਨਾ, ਤਾਂ ਕੀ ਕਹਿੰਦੇ ਨੇ ਕਿ ਅਸੀਂ ਆਪਣੇ ਕਰਮਾਂ ਦੀ ਕਮਾਈ ਅਨੁਸਾਰ ਪਰਮਾਤਮਾ ਨਾਲੋਂ ਵਿਛੜੇ ਹੋਏ ਹਾਂ, ਪਰਮਾਤਮਾ ਨੂੰ ਵਿਸਾਰੀ ਬੈਠੇ ਹਾਂ। ਹੁਣ ਮਿਹਰ ਕਰ, ਅਸੀਂ ਚਾਰ ਚੁਫੇਰੇ ਸੁੱਖਾਂ ਦੀ ਖਾਤਰ ਭਟਕ ਰਹੇ ਹਾਂ। ਹੁਣ ਥੱਕ ਕੇ ਪਰਮਾਤਮਾ ਤੇਰੀ ਸ਼ਰਨ ਵਿੱਚ ਆਏ ਹਾਂ। ਜਿਵੇਂ ਦੁੱਧ ਤੋਂ ਸੱਖਣੀ ਗਾਂ ਕਿਸੇ ਕੰਮ ਨਹੀਂ ਆਉਂਦੀ, ਜਿਵੇਂ ਪਾਣੀ ਤੋਂ ਬਿਨਾਂ ਖੇਤੀ ਸੁੱਕ ਜਾਂਦੀ ਹੈ, ਉਸ ਵਿੱਚ ਫਸਲ ਨਹੀਂ ਪੱਕਦੀ, ਉਸ ਖੇਤੀ ਵਿੱਚੋਂ ਧਨ ਕਮਾਈ ਨਹੀਂ ਹੋ ਸਕਦੀ, ਉਸੇ ਤਰ੍ਹਾਂ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਾਡਾ ਜੀਵਨ ਵਿਅਰਥ ਚਲਾ ਜਾਂਦਾ ਹੈ। ਉਸ ਸੱਚੇ ਪ੍ਰਭੂ ਨੂੰ ਮਿਲਣ ਤੋਂ ਬਿਨਾਂ ਕਿਸੇ ਹੋਰ ਥਾਂ ਸੁੱਖ ਨਹੀਂ ਮਿਲਦਾ। ਜਿਸ ਹਿਰਦੇ ਘਰ ਵਿੱਚ ਪ੍ਰਭੂ ਨਾ ਆ ਕੇ ਵਸੇ, ਉਸ ਲਈ ਵਸਦੇ ਪਿੰਡ ਤੇ ਸ਼ਹਿਰ ਤਪਦੀ ਭੱਠੀ ਵਰਗੇ ਹੁੰਦੇ ਹਨ। ਜਿਸ ਤਰ੍ਹਾਂ ਇਸਤਰੀ ਨੂੰ ਆਪਣੇ ਪਤੀ ਤੋਂ ਬਿਨਾਂ ਸਰੀਰ ਦੇ ਸਾਰੇ ਸ਼ਿੰਗਾਰ, ਪਾਨਾ,
ਦੇ ਬੀੜੇ ਤੇ ਹੋਰ ਰਸ ਸਾਰੇ ਸਰੀਰ ਦੇ ਸਮੇਤ ਹੀ ਵਿਅਰਥ ਦਿਸਦੇ ਹਨ, ਉਸ ਤਰ੍ਹਾਂ ਮਾਲਕ ਪ੍ਰਭੂ ਦੀ ਯਾਦ ਤੋਂ ਬਿਨਾਂ ਸਾਰੇ ਸੱਜਣ ਮਿੱਤਰ ਜਿੰਦ ਦੇ ਵੈਰੀ ਹੋ ਢੁਕਦੇ ਹਨ। ਤਾਈਏ ਤਾਂ ਇਹ ਬੇਨਤੀ ਹੈ ਕਿ ਪਰਮਾਤਮਾ ਸਾਡੇ ਉੱਤੇ ਮਿਹਰ ਕਰਕੇ ਸਾਨੂੰ ਆਪਣੇ ਨਾਮ ਦੀ ਦਾਤ ਬਖਸ਼, ਆਪਣੇ ਚਰਨਾਂ ਵਿੱਚ ਜੋੜੀ ਰੱਖ। ਹੋਰ ਸਾਰੇ ਆਸਰੇ ਨਾਸ਼ਵੰਤ ਹਨ। ਇੱਕ ਪਰਮਾਤਮਾ ਦਾ ਘਰ ਹੀ ਸਦਾ ਅਟਲ ਰਹਿਣ ਵਾਲਾ ਹੈ। ਉਸ ਤੋਂ ਬਾਅਦ ਆ ਗਿਆ ਬੱਚੋ 10 ਵਸਤੂ ਲੈ ਪਾਛੈ ਪਾਵੈ। ਠੀਕ ਹੈ ਨਾ, ਇਸ ਦੇ ਵਿੱਚ ਬੰਦੇ ਨੂੰ ਸਮਝਾਇਆ ਗਿਆ ਹੈ ਬੱਚੋ, ਕਿਉਂਕਿ ਗੁਰੂ ਜੀ ਦੀ ਬਾਣੀ ਬੱਚੋ ਸੇਧ ਬਹੁਤ ਹੁੰਦੀ ਹੈ ਹਰ ਕਿਸੇ ਇਨਸਾਨ ਨੂੰ। ਅਗਰ ਆਪਾਂ ਉਹਨਾਂ ਦੇ ਬਾਣੀ ਦੇ ਹਿਸਾਬ ਦੇ ਨਾਲ ਚੱਲੀਏ ਤਾਂ ਆਪਣੀ ਜ਼ਿੰਦਗੀ ਬਹੁਤ ਸਫਲ ਹੋ ਜਾਵੇਗੀ ਬੱਚੋ। ਇਸ ਪੌੜੀ ਵਿੱਚ ਗੁਰੂ ਸਾਹਿਬ ਮਨੁੱਖ ਨੂੰ ਸਿੱਖਿਆ ਦਿੰਦੇ ਹਨ ਕਿ ਉਸ ਨੂੰ ਪਰਮਾਤਮਾ ਦੀਆਂ ਦਿੱਤੀਆਂ ਬਖਸ਼ਿਸ਼ਾਂ ਨੂੰ ਯਾਦ ਰੱਖਦਿਆਂ ਕਿਸੇ ਚੀਜ਼ ਦੀ ਅਪ੍ਰਾਪਤੀ ਨੂੰ ਉਸ ਦਾ ਭਾਣਾ ਮੰਨ ਕੇ ਉਸ ਦੇ ਹੁਕਮ ਦੇ ਵਿੱਚ ਹੀ ਰਾਜ਼ੀ ਰਹਿਣਾ ਚਾਹੀਦਾ ਹੈ। ਮਨੁੱਖ ਪ੍ਰਭੂ ਤੋਂ 10 ਚੀਜ਼ਾਂ ਲੈ ਕੇ ਸਾਂਭ ਲੈਂਦਾ ਹੈ, ਪਰ ਇੱਕ ਚੀਜ਼ ਦੀ ਖਾਤਰ ਆਪਣਾ ਇਤਬਾਰ ਗਵਾ ਲੈਂਦਾ ਹੈ, ਕਿਉਂਕਿ ਉਹ ਮਿਲੀਆਂ ਹੋਈਆਂ 10 ਚੀਜ਼ਾਂ ਲਈ ਤਾਂ ਪਰਮਾਤਮਾ ਦਾ ਸ਼ੁਕਰੀਆ ਅਦਾ ਨਹੀਂ ਕਰਦਾ। ਜਿਹੜੀ ਇੱਕ ਚੀਜ਼ ਪ੍ਰਾਪਤ ਨਹੀਂ ਹੋਈ ਉਸ ਦਾ ਗਿਲਾ ਕਰਦਾ ਹੈ। ਜੇਕਰ ਪ੍ਰਭੂ ਇੱਕ ਵੀ ਚੀਜ਼ ਨਾ ਦੇ ਅਤੇ ਜਿਹੜੀਆਂ 10 ਦਿੱਤੀਆਂ ਹੋਈਆਂ ਹਨ ਉਹ ਵੀ ਖੋਹ ਲਏ ਤਾਂ ਮਨੁੱਖ ਕੀ ਕਰ ਸਕਦਾ ਹੈ। ਜਿਸ ਮਾਲਕ ਨੇ ਮਤਲਬ ਪ੍ਰਭੂ ਦੇ ਨਾਲ ਪੇਸ਼ ਨਹੀਂ ਜਾ ਸਕਦੀ, ਉਸ ਅੱਗੇ ਹਮੇਸ਼ਾ ਸਿਰ ਨਿਵਾਉਣਾ ਚਾਹੀਦਾ ਹੈ, ਕਿਉਂਕਿ ਜਿਸ ਮਨੁੱਖ ਦੇ ਮਨ ਵਿੱਚ ਪ੍ਰਭੂ ਪਿਆਰਾ ਵਸਦਾ ਹੈ ਉਸ ਦੇ ਮਨ ਵਿੱਚ ਸਾਰੇ ਸੁੱਖ ਆ ਕੇ ਵਸਦੇ ਹਨ। ਪਰਮਾਤਮਾ ਜਿਸ ਮਨੁੱਖ ਤੋਂ ਆਪਣਾ ਹੁਕਮ ਮਨਾਉਂਦਾ ਹੈ, ਦੁਨੀਆ ਦੇ ਸਾਰੇ ਪਦਾਰਥ ਮਾਨੋ ਉਸਨੇ ਪ੍ਰਾਪਤ ਕਰ ਲਏ ਹਨ। ਉਸ ਤੋਂ ਬਾਅਦ ਬੱਚੋ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵੇ ਗੁਸਈਆ ਕੋਈ ਅੱਲਾਏ, ਕਾਰਨ ਕਰਨ ਕਰੀਮ ਕਿਰਪਾ ਧਾਰ ਰਹੀਮ, ਕੋਈ ਨਾਵੇ ਤੀਰਥ ਕੋਈ ਹਜ ਜਾਏ, ਕੋਈ ਕਰੇ ਪੂਜਾ ਕੋਈ ਸਿਰ ਨਿਵਾਏ, ਕੋਈ ਪੜ੍ਹੇ ਵੇਦ ਕੋਈ ਕਤੇਬ, ਕੋਈ ਓਢੇ ਨੀਲ ਕੋਈ ਸੁਪੇਦ, ਕੋਈ ਕਹੇ ਤੁਰਕ ਕੋਈ ਕਹੇ ਹਿੰਦੂ, ਕੋਈ ਬਾਛੇ ਭਿਸਤ ਕੋਈ ਸੁਰ ਗਿੰਦੂ, ਕਹਿ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਠੀਕ ਹੈ ਨਾ, ਬਹੁਤ ਸੋਹਣਾ ਬੱਚੋ ਸਵੇਰ ਦੀ ਸਭਾ ਦੇ ਵਿੱਚ ਵੀ ਮਤਲਬ ਇਹ ਜਿਹੜਾ ਸ਼ਬਦ ਹੈ ਉਹ ਉਚਾਰਿਆ ਜਾਂਦਾ ਹੈ ਅਤੇ ਬਹੁਤ ਸੋਹਣਾ ਇਹ ਵੀ ਪ੍ਰਭੂ ਨੂੰ ਵੱਖ-ਵੱਖ ਤਰ੍ਹਾਂ ਨਾਲ ਯਾਦ ਕੀਤਾ ਜਾਂਦਾ ਹੈ। ਅਤੇ ਚਲੋ ਹੁਣ ਆਪਾਂ ਕੇਂਦਰੀ ਭਾਵ ਦੀ ਵਿਆਖਿਆ ਕਰਦੇ ਹਾਂ। ਜੀਵਾਂ ਨੇ ਆਪੋ ਆਪਣੀਆਂ ਧਰਮ ਪੁਸਤਕਾਂ ਦੀ ਬੋਲੀ ਅਨੁਸਾਰ ਪਰਮਾਤਮਾ ਦੇ ਵੱਖ-ਵੱਖ ਨਾਮ ਰੱਖੇ ਹੋਏ ਹਨ, ਪਰ ਉਹ ਸਭ ਦਾ ਸਾਂਝਾ ਹੈ। ਕੋਈ ਮਨੁੱਖ ਪਰਮਾਤਮਾ ਦਾ ਨਾਮ ਰਾਮ ਰਾਮ ਉਚਾਰਦਾ ਹੈ, ਕੋਈ ਉਸ ਨੂੰ ਖੁਦਾਏ ਖੁਦਾ ਕਹਿੰਦਾ ਹੈ, ਕੋਈ ਮਨੁੱਖ ਉਸ ਨੂੰ ਗੁਸਾਈ ਆ ਕੇ ਉਸ ਦੀ ਭਗਤੀ ਕਰਦਾ ਹੈ, ਕੋਈ ਅੱਲਾ ਕਹਿ ਕੇ ਬੰਦਗੀ ਕਰਦਾ ਹੈ, ਕੋਈ ਮਨੁੱਖ ਕਿਸੇ ਤੀਰਥ ਉੱਤੇ ਇਸ਼ਨਾਨ ਕਰਦਾ ਹੈ, ਕੋਈ ਮਨੁੱਖ ਮੱਕੇ ਹੱਜ ਕਰਨ ਵਾਸਤੇ ਜਾਂਦਾ ਹੈ, ਕੋਈ ਮਨੁੱਖ ਪ੍ਰਭੂ ਦੀ ਮੂਰਤੀ ਬਣਾ ਕੇ ਪੂਜਾ ਕਰਦਾ ਹੈ, ਕੋਈ ਨਮਾਜ਼ ਪੜ੍ਹਦਾ ਹੈ, ਕੋਈ ਵੇਦ ਆਦਿ ਧਰਮ ਪੁਸਤਕਾਂ ਪੜ੍ਹਦਾ ਹੈ, ਕੋਈ ਕੁਰਾਨ ਅੰਜੀਲ ਆਦਿ ਪੜ੍ਹਦਾ ਹੈ, ਕੋਈ ਮੁਸਲਮਾਨ ਨੀਲੇ ਕੱਪੜੇ ਪਹਿਨਦਾ ਹੈ, ਕੋਈ ਹਿੰਦੂ ਚਿੱਟੇ ਬਸਤਰ ਪਾਉਂਦਾ ਹੈ, ਕੋਈ ਮਨੁੱਖ ਆਖਦਾ ਹੈ ਕਿ ਮੈਂ ਮੁਸਲਮਾਨ ਹਾਂ, ਕੋਈ ਆਖਦਾ ਹੈ ਕਿ ਮੈਂ ਹਿੰਦੂ ਹਾਂ, ਕੋਈ ਮਨੁੱਖ ਪਰਮਾਤਮਾ ਪਾਸੋਂ ਵਹਿਸ਼ਤ ਮੰਗਦਾ ਹੈ, ਕੋਈ ਸੁਰਗ ਮੰਗਦਾ ਹੈ। ਜਿਸ ਮਨੁੱਖ ਨੇ ਪਰਮਾਤਮਾ ਦਾ ਹੁਕਮ ਪਛਾਣਿਆ ਹੈ ਉਸਨੇ ਮਾਲਕ ਪ੍ਰਭੂ ਦਾ ਭੇਤ ਪਾ ਲਿਆ ਹੈ ਕਿ ਉਸ ਨੂੰ ਕਿਵੇਂ ਪ੍ਰਸੰਨ ਕੀਤਾ ਜਾ ਸਕੇ। ਸੋ ਬੱਚੋ ਇਹ ਆਪ ਜੀ ਦੀਆਂ ਪਵਿੱਤਰ ਬਾਣੀਆਂ ਅਤੇ ਹੁਣ ਆਪਾਂ ਪ੍ਰਸ਼ਨ ਉੱਤਰ ਕਰਦੇ ਹਾਂ। ਅਤੇ ਬੱਚੋ ਆਪ ਜੀ ਦੀਆਂ ਬਾਣੀਆਂ ਦੇ ਨਾਂ ਪੁੱਛੇ ਜਾ ਸਕਦੇ ਨੇ ਅਤੇ ਨਾਂ ਦੱਸ ਕੇ ਅਤੇ ਆਪ ਜੀ ਦਾ ਨਾਮ ਪੁੱਛਿਆ ਜਾ ਸਕਦਾ। ਠੀਕ ਹੈ ਨਾ। ਸੋ ਉਸ ਤੋਂ ਬਾਅਦ ਆਪਾਂ ਕਹਾਂਗੇ ਕਿ ਭਾਂਤ ਭਾਂਤ ਦੀਆਂ ਮੁਸ਼ਕਿਲਾਂ ਵਿੱਚ ਘਿਰੇ ਮਨੁੱਖ ਨੂੰ ਬੰਦੇ ਦਾ ਹੀ ਸਹਾਰਾ ਹੈ ਨਹੀਂ, ਕਿਹਨਾਂ ਦਾ? ਪਰਮਾਤਮਾ ਦਾ। ਠੀਕ ਹੈ ਨਾ। ਦੁੱਖ ਤਦੇ ਜਾਂ ਵਿਸਰ ਜਾਵੇ, ਬਾਣੀ ਅਨੁਸਾਰ ਜੀਵਨ ਨੂੰ ਦੁੱਖ ਕੀ ਭੁੱਲਣ ਨਾਲ ਲੱਗਦਾ ਹੈ? ਪਰਮਾਤਮਾ ਦਾ ਨਾਮ। ਮਾਇਆ ਦੀ ਤ੍ਰਿਸ਼ਨਾ ਕਿਸ ਉੱਤੇ ਗਲਬਾ ਪਾਉਂਦੀ ਹੈ? ਨਾਮ ਤੋਂ ਖੁੰਝੇ ਹੋਏ ਜੀਵ ਉੱਤੇ। ਗੁਰੂ ਜੀ ਅਨੁਸਾਰ ਭਟਕਣ ਵਿੱਚ ਕੌਣ ਪੈਂਦਾ ਹੈ? ਨਾਮ ਤੋਂ ਖੁੰਝਿਆ ਜੀਵ। ਮਨੁੱਖ ਨੂੰ ਨਾਮ ਸਿਮਰਨ ਦੀ ਦਾਤ ਕੌਣ ਦਿੰਦਾ ਹੈ? ਪਰਮਾਤਮਾ। ਸਦਾ ਸੁਖੀ ਕੌਣ ਹੈ? ਨਾਮ ਸਿਮਰਨ ਵਾਲਾ। ਸਭ ਤੋਂ ਵੱਧ ਸਮਰੱਥਾ ਵਾਲਾ ਕੌਣ ਹੈ? ਸਤਿਗੁਰੂ। ਵਿਕਾਰ ਕਿਹੜੇ ਹਨ? ਕਾਮ, ਕ੍ਰੋਧ, ਲੋਭ, ਮੋਹ। ਸਾਰੇ ਦੁੱਖ ਕਿਸ ਤਰ੍ਹਾਂ ਨੱਸਦੇ ਹਨ? ਨਾਮ ਸਿਮਰਨ ਨਾਲ। ਹਿਰਦੇ ਵਿੱਚ ਪਰਮਾਤਮਾ ਦਾ ਨਾਮ ਕਿਸ ਨੇ ਵਸਾਇਆ? ਸਤਿਗੁਰੂ ਨੇ। ਦੁੱਖ ਤਦੇ ਜਾਂ ਵਿਸਰ ਜਾਵੇ ਅਨੁਸਾਰ ਪਰਮਾਤਮਾ ਦਾ ਨਾਮ ਜਪਣ ਵਾਲੇ ਦੇ ਅੰਦਰੋਂ
ਕਿਹੜੇ ਦੁੱਖ ਦੂਰ ਹੋ ਜਾਂਦੇ ਹਨ? ਤ੍ਰਿਸ਼ਨਾ, ਚਿੰਤਾ ਤੇ ਹਉਮੈ ਆਦਿ। ਤੇ ਚਿੰਤਾ ਰੋਗ ਗਈ ਹੋ, ਪੀੜਾ ਆਪ ਕਰੇ ਡੈਸ਼ ਜਿਉ। ਪ੍ਰਤੀਪਾਲਾ, ਦੁੱਖ ਤਦੇ ਜਾਂ ਵਿਸਰ ਜਾਵੇ। ਬਾਣੀ ਵਿੱਚ ਗੁਰੂ ਜੀ ਕਿਸ ਤੋਂ ਬਲਿਹਾਰੇ ਜਾਂਦੇ ਹਨ? ਸਤਿਗੁਰੂ ਤੋਂ। ਨਾਮ ਸਿਮਰਨ ਨਾਲ ਹਉਮੈ ਦਾ ਰੋਗ ਦੂਰ ਹੋ ਜਾਂਦਾ ਹੈ। ਸਹੀ। ਕਿਰਤ ਕਰਮ ਦੇ ਵਿਛੜੇ। ਸ਼ਲੋਕ ਵਿੱਚ ਗੁਰੂ ਅਰਜਨ ਦੇਵ ਜੀ ਨੇ ਪਰਮਾਤਮਾ ਨੂੰ ਵਿਸਾਰੀ ਬੈਠੇ ਮਨੁੱਖਾਂ ਦੀ ਤੁਲਨਾ ਕਿਹੜੀਆਂ ਦੋ ਵਸਤੂਆਂ ਨਾਲ ਕੀਤੀ ਹੈ? ਤੋਂ ਬਿਨਾਂ ਗਾਂ ਨਾਲ ਅਤੇ ਪਾਣੀ ਤੋਂ ਬਿਨਾਂ ਸੁੱਕ ਰਹੀ ਖੇਤੀ ਨਾਲ। ਕਿਰਤ ਕਰਮ ਕੇ ਵਿਛੜੇ ਬਾਣੀ ਵਿੱਚ ਕਿਸ ਦੇ ਮਿਲਾਪ ਦੀ ਇੱਛਾ ਹੈ? ਪ੍ਰਭੂ ਦੇ। ਜੀਵ ਇਸਤਰੀ ਪ੍ਰਭੂ ਤੋਂ ਕਿਉਂ ਵਿਛੜ ਗਈ ਹੈ? ਪਿਛਲੇ ਜਨਮ ਦੇ ਕਰਮਾਂ ਕਰਕੇ। ਪ੍ਰਭੂ ਪਤੀ ਤੋਂ ਬਿਨਾਂ ਜੀਵ ਦੀ ਹਾਲਤ ਦੁੱਧ ਨਾ ਦੇਣ ਵਾਲੀ ਗਾਂ ਵਰਗੀ ਹੈ। ਸਹੀ। 10 ਬਸਤ ਲੈ ਪਾਛੇ ਪਾਵੇ। ਬਾਣੀ ਅਨੁਸਾਰ ਮਨੁੱਖ ਦਾ ਡੈਸ਼ ਅੱਗੇ ਜ਼ੋਰ ਨਹੀਂ, ਪ੍ਰਭੂ ਅੱਗੇ। ਤੇ ਆਪ ਜੀ ਪਰਮਾਤਮਾ ਵੱਲੋਂ ਦਿੱਤੀਆਂ ਦਾਤਾਂ ਪ੍ਰਾਪਤ ਕਰਨ ਉਪਰੰਤ ਕੀ ਕਰਨ ਦੀ ਪ੍ਰੇਰਨਾ ਦਿੰਦੇ ਹਨ? ਦਿੱਤੀਆਂ ਹੋਈਆਂ ਦਾਤਾਂ ਲਈ ਪਰਮਾਤਮਾ ਅੱਗੇ ਸ਼ੁਕਰ ਗੁਜ਼ਾਰ ਹੋਣਾ। ਜਿਨ੍ਹਾਂ ਨੇ ਪ੍ਰਭੂ ਦਾ ਨਾਮ ਮਿੱਠਾ ਲੱਗਦਾ ਹੈ ਉਹਨਾਂ ਨੂੰ ਕੀ ਪ੍ਰਾਪਤ ਹੁੰਦਾ ਹੈ? ਸਾਰੇ ਸੁੱਖ। ਜਿਸ ਪ੍ਰਭੂ ਦੇ ਅੱਗੇ ਕੋਈ ਚਾਰਾ ਨਹੀਂ ਚੱਲਦਾ ਉਸ ਅੱਗੇ ਕੀ ਕਰਨਾ ਚਾਹੀਦਾ ਹੈ? ਸਦਾ ਨਮਸਕਾਰ। ਮਨੁੱਖ ਨੂੰ ਜਦੋਂ ਪ੍ਰਭੂ ਤੋਂ ਇੱਕ ਚੀਜ਼ ਨਹੀਂ ਮਿਲਦੀ ਤਾਂ ਉਹ ਕੀ ਕਰਦਾ ਹੈ? ਜੋ ਚੀਜ਼ ਨਹੀਂ ਮਿਲੀ ਉਸ ਦਾ ਗਿਲਾ। ਗੁਰੂ ਅਰਜਨ ਦੇਵ ਜੀ ਅਨੁਸਾਰ ਵੱਖ-ਵੱਖ ਧਰਮਾਂ ਦੇ ਲੋਕ ਕਿਸ ਤਰ੍ਹਾਂ ਪਰਮਾਤਮਾ ਨੂੰ ਯਾਦ ਕਰਦੇ ਹਨ? ਵੱਖ-ਵੱਖ ਨਾਵਾਂ ਨਾਲ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ। ਬਾਣੀ ਅਨੁਸਾਰ ਪ੍ਰਭੂ ਦਾ ਭੇਤ ਕੀ ਪਛਾਣਨ ਵਾਲਾ ਪਾਉਂਦਾ ਹੈ? ਕੌਣ? ਪ੍ਰਭੂ ਦਾ ਹੁਕਮ। ਠੀਕ ਹੈ। ਤੇ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ ਸ਼ਲੋਕ ਵਿੱਚ ਜੀਵ ਆਪੋ ਆਪਣੀ ਧਰਮ ਅਨੁਸਾਰ ਕਿਹੜੀਆਂ ਧਾਰਮਿਕ ਪੁਸਤਕਾਂ? ਵੇਦ ਤੇ ਕੁਰਾਨ। ਠੀਕ ਹੈ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ ਸ਼ਲੋਕ ਵਿੱਚ ਜੀਵਾਂ ਨੇ ਆਪੋ ਆਪਣੇ ਧਰਮ ਅਨੁਸਾਰ ਪਰਮਾਤਮਾ ਨੂੰ ਕਿਹੜੇ ਨਾਮ ਨਾਲ ਸੰਬੋਧਨ ਕੀਤਾ ਹੈ? ਰਾਮ, ਖੁਦਾ, ਗੁਸਾਈ, ਅੱਲਾ। ਗੁਰੂ ਜੀ ਅਨੁਸਾਰ ਮਨੁੱਖ ਪ੍ਰਭੂ ਦੀ ਪ੍ਰਾਪਤੀ ਲਈ ਕਿੱਥੇ ਇਸ਼ਨਾਨ ਕਰਦੇ ਹਨ? ਤੀਰਥਾਂ 'ਤੇ। ਉਸ ਤੋਂ ਬਾਅਦ ਆ ਗਿਆ ਬੱਚੋ, ਸੰਸਾਰ ਦੇ ਜੀਵਾਂ ਨੇ ਪ੍ਰਭੂ ਦੇ ਨਾਂ ਵੱਖ-ਵੱਖ ਰੱਖੇ ਹੋਏ ਹਨ। ਸਹੀ। ਨਾਮ ਸਿਮਰਨ ਨਾਲ ਚਿੰਤਾ ਦਾ ਰੋਗ ਦੂਰ ਹੋ ਜਾਂਦਾ ਹੈ। ਸਹੀ। ਹਿੰਦੂ ਪਰਮਾਤਮਾ ਪਾਸੋਂ ਡੈਸ਼ ਮੰਗਦੇ ਹਨ? ਸਵਰਗ। ਠੀਕ ਹੈ ਨਾ। ਪਰਮਾਤਮਾ ਪਾਸੋਂ ਡੈਸ਼ ਮੰਗਦਾ ਹੈ ਕੋਈ ਮੁਸਲਮਾਨ? ਬਹਿਸ਼ਤ। ਠੀਕ ਹੈ। ਤੇ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਨੇ ਬੱਚੋ? 5ਵੇਂ। ਠੀਕ ਹੈ ਨਾ। ਸੋ ਬੱਚੋ ਇਹ ਸਨ ਆਪ ਜੀ ਦੀਆਂ ਪਵਿੱਤਰ ਰਚਨਾਵਾਂ ਦੀ ਵਿਆਖਿਆ, ਕੇਂਦਰੀ ਭਾਵ, ਪ੍ਰਸ਼ਨ ਉੱਤਰ ਤੇ ਉਚਾਰਨ ਸਮੇਂ ਹੋਈਆਂ ਭੁੱਲਾਂ ਲਈ ਮੈਂ ਖਿਮਾ ਦੀ ਯਾਚਕ ਹਾਂ ਬੱਚਿਓ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਸਮਝ ਆਏ ਹੋਣਗੇ ਬੱਚਿਓ। ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਾਂ ਨੂੰ ਆਪ ਜੀ ਦੇ ਦੱਸੇ ਹੋਏ ਰਾਹਾਂ 'ਤੇ ਚੱਲਣਾ ਚਾਹੀਦਾ ਹੈ, ਜਿਸ ਨਾਲ ਆਪਣੀ ਜ਼ਿੰਦਗੀ ਬਹੁਤ ਸੁਖਾਲੀ ਹੋ ਜਾਵੇਗੀ। ਠੀਕ ਹੈ ਨਾ। ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬੱਚਿਓ।